Hello students, now we will start our next topic number 6 of first lesson। ਅੱਜ ਜੋ ਆਪਾਂ ਟੌਪਿਕ ਕਰਨਾ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ। ਸੋ ਸਾਰੇ ਹੀ ਸਟੂਡੈਂਟ ਨੇ ਬਹੁਤ ਕੇਅਰਫੁਲੀ ਇਸ ਜਿਹੜਾ ਟੌਪਿਕ ਨੂੰ ਲਰਨ ਕਰਨਾ। ਸੋ ਦੇਖੋ ਆਪਾਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਅੱਜ ਦਾ ਟੌਪਿਕ ਹੈਗਾ ਆਪਣਾ ਸਟਾਕ ਐਂਡ ਫਲੋ ਕਨਸੈਪਟ, ਠੀਕ ਹੈ, ਜਿਹਨੂੰ ਪੰਜਾਬੀ ਦੇ ਵਿੱਚ ਸਟਾਕ ਅਤੇ ਵਹਾਅ ਦੀ ਧਾਰਨਾ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਇਹਦੇ ਮੀਨਿੰਗ ਦੇਖਾਂਗੇ ਕਿ ਵਟ ਇਜ਼ ਸਟਾਕ ਐਂਡ ਵਟ ਇਜ਼ ਫਲੋ। ਦੇਖੋ ਸਟਾਕ ਕੀ ਆ, ਐਨੀ ਕੁਆਂਟਿਟੀ ਵਿਚ ਇਜ਼ ਮੈਜ਼ਰਡ ਵਿਦ ਰੈਫਰੈਂਸ ਟੂ ਅ ਪਰਟੀਕੂਲਰ ਪੁਆਇੰਟ ਆਫ ਟਾਈਮ ਇਜ਼ ਕਾਲਡ ਐਜ਼ ਸਟਾਕ। ਕਹਿੰਦੇ ਸਟਾਕ ਕੀ ਆ, ਕਹਿੰਦੇ ਸਟਾਕ ਕੋਈ ਵੀ ਮਾਤਰਾ ਹੋ ਸਕਦੀ ਆ, ਕੁਆਂਟਿਟੀ ਮਤਲਬ ਮਾਤਰਾ, ਜਿਹੜੀ ਕਿ ਕਿਸੇ ਪਰਟੀਕੂਲਰ ਪੁਆਇੰਟ ਆਫ ਟਾਈਮ 'ਤੇ ਮਾਪੀ ਜਾਵੇ। ਠੀਕ ਹੈ, ਇਹਦੇ ਵਿੱਚ ਯਾਦ ਕੀ ਰੱਖਣਾ ਵੀ ਸਟਾਕ ਨੂੰ ਹਮੇਸ਼ਾ ਪੁਆਇੰਟ ਆਫ ਟਾਈਮ ਦੁਆਰਾ ਮਾਪਿਆ ਜਾਂਦਾ। ਮਤਲਬ ਕੋਈ ਵੀ ਪੁਆਇੰਟ ਆਫ ਟਾਈਮ ਆਪਾਂ ਨੂੰ ਦੱਸਿਆ ਜਾਂਦਾ ਵੀ ਆਹ ਪੁਆਇੰਟ ਆਫ ਟਾਈਮ 'ਤੇ ਉਸ ਦੀ ਕੁਆਂਟਿਟੀ ਕਿੰਨੀ ਸੀ, ਮਾਤਰਾ ਕਿੰਨੀ ਸੀ। ਠੀਕ ਹੈ, ਕੋਈ ਵੀ ਚੀਜ਼ ਹੋ ਸਕਦੀ ਹੈ। ਸੋ ਪੰਜਾਬੀ ਦੇ ਵਿੱਚ ਦੇਖੋ ਸਟਾਕ ਨੂੰ ਇੱਕ ਖਾਸ ਸਮੇਂ ਦੇ ਬਿੰਦੂ ਦਾ ਹਵਾਲਾ ਦੇ ਕੇ ਮਾਪਿਆ ਜਾਂਦਾ ਹੈ। ਠੀਕ ਹੈ, ਇਹ ਕੀ ਆ, ਸਟਾਕ ਦੀ ਡੈਫੀਨੇਸ਼ਨ ਆ। ਸੋ ਫੋਰ ਐਗਜ਼ਾਮਪਲ, ਸੋ ਦੇਖੋ ਵਿਦ ਪੁਆਇੰਟ ਆਫ ਟਾਈਮ ਨੂੰ ਆਪਾਂ ਕਿੱਦਾਂ ਮੈਂਸ਼ਨ ਕਰਦੇ ਹਾਂ, ਕਿੱਦਾਂ ਆਪਾਂ ਐਗਜ਼ਾਮਪਲ ਦੇ ਰਾਹੀਂ ਇਹਨੂੰ ਸਮਝ ਸਕਦੇ ਹਾਂ। ਦੇਖੋ ਜੇ ਆਪਾਂ ਕਹਿੰਦੇ ਹਾਂ ਕਿ ਔਨ ਫੈਬਰੀ 14th 2021 ਦੇਅਰ ਮੇ ਬੀ 15,000 ਇਨ ਯੂਰ ਬੈਂਕ ਅਕਾਊਂਟ। ਕਹਿੰਦੇ ਜੇ ਆਪਾਂ ਕਹਿੰਦੇ ਹਾਂ ਕਿ ਇੱਕ ਪੁਆਇੰਟ ਆਫ ਟਾਈਮ ਦਿੱਤਾ ਵੀ 14 ਜਨਵਰੀ 2021 ਨੂੰ ਤੁਹਾਡੇ ਅਕਾਊਂਟ ਦੇ ਵਿੱਚ 15,000 ਰੁਪਏ ਸੀ। ਠੀਕ ਹੈ, ਉਹਨਾਂ ਨੇ ਕੀ ਦਿੱਤਾ, ਇੱਕ ਰੈਫਰੈਂਸ ਦੇਤਾ ਪੁਆਇੰਟ ਆਫ ਟਾਈਮ ਦਾ। ਪੁਆਇੰਟ ਆਫ ਟਾਈਮ ਕੀ ਆ, ਪੁਆਇੰਟ ਆਫ ਟਾਈਮ ਦਿਸ ਵਨ ਦੇਖੋ ਕਹਿੰਦੇ 14 ਫਰਵਰੀ ਹੈ। ਠੀਕ ਹੈ, ਇੱਕ ਸਪੈਸੀਫਿਕ ਪੁਆਇੰਟ ਆਫ ਟਾਈਮ ਦਿੱਤਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਇੱਕ ਸਪੈਸੀਫਿਕ ਪੀਰੀਅਡ ਸੀ, ਜੋ ਸਪੈਸੀਫਿਕ ਪੁਆਇੰਟ ਸੀਗਾ 14 ਫਰਵਰੀ 2021 ਨੂੰ ਤੁਹਾਡੇ ਅਕਾਊਂਟ ਦੇ ਵਿੱਚ ਕਿੰਨਾ ਸੀ, 15,000 ਰੁਪਇਆ ਸੀ। ਠੀਕ ਹੈ, ਸੋ ਆਪਾਂ ਕਹਿ ਸਕਦੇ ਹਾਂ ਇਹ ਇੱਕ ਸਟਾਕ ਦੀ ਐਗਜ਼ਾਮਪਲ ਹੈ ਜਿਹਨੇ ਇੱਕ ਪੁਆਇੰਟ ਆਫ ਟਾਈਮ ਨੂੰ ਮਾਪਿਆ। ਇਸ ਤੋਂ ਅੱਗੇ ਦੇਖੋ ਦੇਅਰਫੋਰ ਇਟ ਇਜ਼ ਅ ਸਟਾਕ ਕਨਸੈਪਟ ਬਿਕੋਜ਼ ਇਟ ਮੈਜ਼ਰਡ ਐਟ ਸਪੈਸੀਫਿਕ ਪੁਆਇੰਟ ਆਫ ਟਾਈਮ। ਕਹਿੰਦੇ ਜਿਹੜੀ ਆਪਾਂ ਐਗਜ਼ਾਮਪਲ ਲਈ ਆ, ਇਹ ਇੱਕ ਸਟਾਕ ਦਾ ਕਨਸੈਪਟ ਆ। ਕਿਉਂ ਆ, ਕਿਉਂਕਿ ਇਹਦੇ ਵਿੱਚ ਕੀ ਹੈ, ਇੱਕ ਸਪੈਸੀਫਿਕ ਪੁਆਇੰਟ ਆਫ ਟਾਈਮ ਨੂੰ ਮਾਪਿਆ ਗਿਆ। ਸਪੈਸੀਫਿਕ ਪੁਆਇੰਟ ਆਫ ਟਾਈਮ ਕੀ ਸੀਗਾ, 14 ਫਰਵਰੀ 2021 ਨੂੰ ਇੰਨਾ ਅਕਾਊਂਟ ਸੀ। 14 ਫਰਵਰੀ ਤੋਂ ਅੱਗੇ ਜਾਂ ਪਿੱਛੇ ਦੀ ਗੱਲ ਨਹੀਂ ਕੀਤੀ ਗਈ, ਇੱਕ ਸਪੈਸੀਫਿਕ ਡੇਟ ਲਈ ਗਈ ਆ ਵੀ ਇੰਨੀ ਤਰੀਕ ਨੂੰ ਹੀ ਉਹਦੇ ਅਕਾਊਂਟ ਦੇ ਵਿੱਚ ਕੀ ਆ, ਇੰਨੇ ਪੈਸੇ ਸੀ। ਕਲੀਅਰ। ਦੇਖੋ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ, ਸਟਾਕ ਇਜ਼ ਅ ਸਟੈਟਿਕ ਕਨਸੈਪਟ। ਸਟੈਟਿਕ ਦਾ ਮਤਲਬ ਹੁੰਦਾ ਕਿ ਸਟਾਕ ਇੱਕ ਸਥਿਰ ਕੀ ਆ, ਸੰਕਲਪ ਆ, ਕਨਸੈਪਟ ਆ, ਧਾਰਨਾ ਵਾ। ਸਥਿਰ ਦਾ ਮਤਲਬ ਕੀ ਆ, ਜੋ ਚੀਜ਼ ਇੱਕ ਜਗ੍ਹਾ ਤੇ ਕੀ ਆ, ਸਥਿਰ ਹੋਵੇ, ਜਿਸ ਵਿੱਚ ਕੋਈ ਵੀ ਕੀ ਆਪਾਂ ਕਹਿ ਸਕਦੇ ਹਾਂ ਵੀ ਪਰਿਵਰਤਨ ਆਵੇ। ਠੀਕ ਹੈ, ਉਹ ਨਾ ਹੀ ਵਧੇ ਨਾ ਹੀ ਘਟੇ। ਠੀਕ ਹੈ, ਸੋ ਦੇਖੋ ਕਹਿੰਦੇ ਇਹਦੇ ਵਿੱਚ ਆਪਾਂ ਸਪੈਸੀਫਿਕ ਕੀ ਆ, ਇੱਕ ਪੁਆਇੰਟ ਆਫ ਟਾਈਮ ਲਿਆ ਤੇ ਇੱਕ ਸਥਿਰ ਆ, ਕਿਉਂਕਿ ਇੰਨੀ ਤਰੀਕ ਨੂੰ ਇੰਨੇ ਹੀ ਪੈਸੇ ਉਹਦੇ ਵਿੱਚ ਸੀ, ਨਾ ਵਧੇ ਨਾ ਘਟੇ। ਠੀਕ ਹੈ, ਤਾਂ ਕਰਕੇ ਕੀ ਆ, ਸਟੈਟਿਕ ਮਤਲਬ ਇੱਕ ਸਥਿਰ ਸੰਕਲਪ ਆ। ਠੀਕ ਹੈ, ਇਹਦੇ ਵਿੱਚ ਕੋਈ ਵੀ ਵੇਰੀਏਸ਼ਨ ਨਹੀਂ ਆਈ। ਠੀਕ ਹੈ, ਹੈਜ਼ ਨੋ ਟਾਈਮ ਡਿਮੈਂਸ਼ਨ, ਕਿ ਆਪਾਂ ਇਸ ਤੋਂ ਅੱਗੇ ਕਹਿ ਸਕਦੇ ਹਾਂ ਕਿ ਜਿਹੜਾ ਸਟਾਕ ਆ ਉਹਦੇ ਵਿੱਚ ਕੋਈ ਵੀ ਟਾਈਮ ਡਿਮੈਂਸ਼ਨ ਨਹੀਂ ਹੁੰਦੀ। ਟਾਈਮ ਡਿਮੈਂਸ਼ਨ ਮਤਲਬ ਲੈਂਥ ਆਫ ਟਾਈਮ ਨਹੀਂ ਹੁੰਦੀ। ਠੀਕ ਹੈ, ਇਹ ਸਿਰਫ ਕੀ ਹੈ, ਇੱਕ ਡੇਟ ਆ ਜੋ ਕਿ ਸਥਿਰ ਆ, ਲੈਂਥ ਆਫ ਟਾਈਮ ਨਹੀਂ ਹੈਗੀ। ਕਲੀਅਰ। ਫੋਰ ਐਗਜ਼ਾਮਪਲ ਕਹਿੰਦੇ ਆਪਾਂ ਇਸ ਦੀ ਬਹੁਤ ਹੀ ਇੰਪੋਰਟੈਂਟ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਵਾਟਰ ਇਨ ਅ ਟੈਂਕ। ਕੀ ਆ, ਕੋਈ ਵੀ ਟੈਂਕ ਆ, ਠੀਕ ਹੈ, ਜਾਂ ਕੋਈ ਵੀ ਬਾਉਲ ਆ, ਉਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੀ ਆ, ਲਿਕੁਇਡ ਆ, ਜਾਂ ਆਪਾਂ ਕਹਿ ਸਕਦੇ ਹਾਂ ਵੀ ਵਾਟਰ ਆ। ਇਹ ਕੀ ਹੈ, ਇੱਕ ਤਰ੍ਹਾਂ ਦੀ ਸਟਾਕ ਦੀ ਐਗਜ਼ਾਮਪਲ ਆ, ਕਿਉਂਕਿ ਇਹਦੇ ਵਿੱਚ ਕੀ ਹੈ, ਇੱਕ ਟੈਂਕ ਦੇ ਵਿੱਚ ਵਾਟਰ ਖੜਾ ਸਥਿਰ ਆ। ਠੀਕ ਹੈ, ਆਪਾਂ ਇਹਨੂੰ ਮਾਪ ਸਕਦੇ ਹਾਂ ਵੀ ਇਹ ਕਿੰਨਾ ਪਾਣੀ ਇਹਦੇ ਵਿੱਚ ਖੜਾ। ਠੀਕ ਹੈ, ਇਹਦੇ ਵਿੱਚ ਕੋਈ ਲੀਕੇਜ ਨਹੀਂ ਹੋ ਰਹੀ। ਠੀਕ ਹੈ, ਪਾਣੀ ਨਾ ਬਾਹਰ ਜਾ ਰਿਹਾ ਨਾ ਅੰਦਰ ਜਾ ਰਿਹਾ। ਠੀਕ ਹੈ, ਇੱਕ ਖੜਾ ਹੋਇਆ ਕੀ ਆ, ਪਾਣੀ ਆ। ਸੋ ਇਹ ਕੀ ਆ, ਸਟਾਕ ਦੀ ਇੱਕ ਬਹੁਤ ਹੀ ਇੰਪੋਰਟੈਂਟ ਐਗਜ਼ਾਮਪਲ। ਕਲੀਅਰ। ਇਸ ਤੋਂ ਅੱਗੇ ਦੇਖੋ ਕਿ ਫਲੋ ਕੀ ਆ, ਫਲੋ ਨੂੰ ਪੰਜਾਬੀ ਦੇ ਵਿੱਚ ਵਹਾਅ ਕਿਹਾ ਜਾਂਦਾ। ਦੇਖੋ ਐਨੀ ਕੁਆਂਟਿਟੀ ਵਿਚ ਇਜ਼ ਮੈਜ਼ਰਡ with reference to a particular period of time is called as a flow concept। ਠੀਕ ਹੈ, flow means
ਕਿਸੇ ਵੀ ਚੀਜ਼ ਦਾ ਆਪਾਂ ਜਦੋਂ ਫਲੋ ਮੀਨਸ ਦੇਖਦੇ ਹਾਂ, ਫਲੋ ਦਾ ਮਤਲਬ ਆਪਣੇ ਦਿਮਾਗ ਦੇ ਵਿੱਚ ਆ ਜਾਂਦਾ ਵੀ ਕੀ ਹੋਈ ਜਾਂਦਾ, ਕੋਈ ਵੀ ਵਹਾ ਹੋਈ ਜਾਂਦਾ, ਠੀਕ ਹੈ। ਕੋਈ ਵੀ ਚੀਜ਼ ਖੜੀ ਨਹੀਂ ਹੋਈ ਆ, ਉਹ ਕੀ ਆ, ਵੇਰੀਏਬਲ ਆ, ਉਹ ਬਦਲਦੀ ਜਾਂਦੀ ਹੈ, ਠੀਕ ਹੈ। ਸੋ ਆਪਾਂ ਕੀ ਕਹਿ ਸਕਦੇ ਹਾਂ ਇਹਦੀ ਡੈਫੀਨੇਸ਼ਨ ਦੇ ਵਿੱਚ, ਫਲੋ ਕੀ ਆ, ਕਹਿੰਦੇ ਉਹੋ ਜਿਹੀ ਕੁਆਂਟਿਟੀ ਆ ਜਿਹਨੂੰ ਕੋਈ ਪੀਰੀਅਡ ਆਫ ਟਾਈਮ ਤੇ ਮੈਜ਼ਰ ਕੀਤਾ ਜਾਂਦਾ, ਉਹਨੂੰ ਫਲੋ ਕਿਹਾ ਜਾਂਦਾ, ਠੀਕ ਹੈ। ਦੇਖੋ ਇਸ ਨੂੰ ਸਮੇਂ ਦੀ ਮਿਆਦ ਦਾ ਹਵਾਲਾ ਦੇ ਕੇ ਮਾਪਿਆ ਜਾਂਦਾ, ਮਤਲਬ ਇਹਦੇ ਵਿੱਚ ਕੀ ਆ, ਫਲੋ ਤੋਂ ਤੁਸੀਂ ਯਾਦ ਰੱਖਣਾ ਕਿ ਕੋਈ ਵੀ ਚੀਜ਼ ਜੋ ਕਿ ਚੇਂਜੇਬਲ ਆ, ਠੀਕ ਹੈ, ਵੇਰੀਏਬਲ ਆ, ਠੀਕ ਹੈ। ਡਾਇਨਾਮਿਕ ਕੰਸੈਪਟ ਵੀ ਇਹਨੂੰ ਬੋਲਿਆ ਜਾਂਦਾ, ਠੀਕ ਹੈ। ਫੋਰ ਐਗਜ਼ਾਮਪਲ ਜਿੱਦਾਂ ਕਿ ਇਨਕਮ, ਆਮਦਨ, ਐਕਸਪੈਂਡੀਚਰ ਖਰਚ, ਇਨਵੈਸਟਮੈਂਟ ਨਿਵੇਸ਼, ਠੀਕ ਹੈ। ਆਪਾਂ ਨੂੰ ਪਤਾ ਵੀ ਆਪਣੀ ਆਮਦਨ ਕੀ ਆ, ਸਥਿਰ ਨਹੀਂ ਰਹਿੰਦੀ, ਠੀਕ ਹੈ। ਜੇ ਸਥਿਰ ਰਹਿੰਦੀ ਹੁੰਦੀ ਤਾਂ ਇੱਕ ਸਟਾਕ ਕੰਸੈਪਟ ਹੋਣਾ ਸੀ, ਇਹ ਕੀ ਹੈ, ਇੱਕ ਫਲੋ ਕੰਸੈਪਟ ਆ, ਕਿਉਂਕਿ ਆਪਣੀ ਆਮਦਨ ਕਦੇ ਵੱਧ ਜਾਂਦੀ ਹੈ, ਕਦੇ ਘਟ ਜਾਂਦੀ ਹੈ। ਇਸ ਤੋਂ ਬਿਨਾਂ ਆਪਣਾ ਖਰਚ ਵੀ ਕੀ ਹੈ, ਇਹ ਵੀ ਕੀ ਹੈ, ਵੇਰੀਏਬਲ ਆ, ਇਹ ਵੀ ਬਦਲਦਾ ਰਹਿੰਦਾ, ਕਦੇ ਕਿਸੇ ਮੰਥ ਦੇ ਵਿੱਚ ਆਪਣਾ ਖਰਚ ਕੀ ਹੈ, ਜ਼ਿਆਦਾ ਹੋ ਜਾਂਦਾ, ਕਈ ਵਾਰੀ ਘੱਟ ਹੋ ਜਾਂਦਾ। ਇਸ ਤੋਂ ਬਿਨਾਂ ਨਿਵੇਸ਼ ਜੋ ਇਨਵੈਸਟਮੈਂਟ ਕਰਦੇ ਆ, ਇਨਵੈਸਟਮੈਂਟ ਵੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਸੋ ਇਹ ਸਾਰੇ ਕੰਸੈਪਟ ਕੀ ਆ, ਫਲੋ ਕੰਸੈਪਟ ਆ, ਤੇ ਫਲੋ ਕੀ ਹੈ, ਪੀਰੀਅਡ ਆਫ ਟਾਈਮ ਨੂੰ ਮਾਪਦਾ ਹੈ। ਕਲੀਅਰ। ਇਸ ਤੋਂ ਅੱਗੇ ਦੇਖੋ ਕਿ ਆਪਾਂ ਸਟਾਕ ਦੀ ਐਗਜ਼ਾਮਪਲ ਲਈ ਸੀ ਕਿ ਵਾਟਰ ਇਨ ਅ ਟੈਂਕ, ਉਸੇ ਤਰ੍ਹਾਂ ਫਲੋ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਐਗਜ਼ਾਮਪਲ ਲੈ ਸਕਦੇ ਹਾਂ, ਵਾਟਰ ਇਨ ਅ ਰਿਵਰ, ਕਿਉਂਕਿ ਆਪਾਂ ਨੂੰ ਪਤਾ ਵੀ ਰਿਵਰ ਦੇ ਵਿੱਚ ਕੀ ਆ, ਵਾਟਰ ਦਾ ਫਲੋ ਲਗਾਤਾਰ ਜਾਰੀ ਰਹਿੰਦਾ, ਠੀਕ ਹੈ। ਆਪਾਂ ਇਦਾਂ ਕਹਿ ਸਕਦੇ ਹਾਂ ਵੀ ਆਹ ਪੀਰੀਅਡ ਦੇ ਵਿੱਚ ਇਸ ਨਦੀ ਦੇ ਵਿੱਚ ਪਾਣੀ ਘੱਟ ਸੀ ਜਾਂ ਵੱਧ ਸੀ, ਆਪਾਂ ਇਹਨੂੰ ਕੀ ਹੈ, ਸਪੈਸੀਫਿਕ ਪੀਰੀਅਡ ਪੁਆਇੰਟ ਆਫ ਟਾਈਮ ਤੇ ਨਹੀਂ ਮਾਪ ਸਕਦੇ। ਸੋ ਵਾਟਰ ਇਨ ਅ ਰਿਵਰ, ਨਦੀ ਦੇ ਵਿੱਚ ਪਾਣੀ ਕੀ ਹੈ, ਇੱਕ ਫਲੋ ਆ, ਕਿਉਂਕਿ ਇਹ ਹਮੇਸ਼ਾ ਚੱਲਦਾ ਰਹਿੰਦਾ, ਠੀਕ ਹੈ। ਸੋ ਕੀ ਕਹਿ ਸਕਦੇ ਹਾਂ, ਫਲੋ ਇਜ਼ ਅ ਡਾਇਨਾਮਿਕ ਕੰਸੈਪਟ, ਇਹ ਇੱਕ ਗਤੀਸ਼ੀਲ ਧਾਰਨਾ ਵਾ, ਠੀਕ ਹੈ। ਡਾਇਨਾਮਿਕ ਦਾ ਮਤਲਬ ਹੁੰਦਾ ਗਤੀਸ਼ੀਲ, ਮਤਲਬ ਇਹਦੀ ਕੀ ਹੈ, ਗਤੀ ਹੁੰਦੀ ਰਹਿੰਦੀ ਹੈ, ਕਦੇ ਵੀ ਇਹ ਰੁਕਦਾ ਨਹੀਂ, ਸਥਿਰ ਨਹੀਂ ਹੁੰਦਾ, ਠੀਕ ਹੈ। ਐਂਡ ਹੈਜ਼ ਟਾਈਮ ਡਿਮੈਂਸ਼ਨ, ਆਪਾਂ ਪੜ੍ਹਿਆ ਸੀ ਕਿ ਸਟਾਕ ਹੈਜ਼ ਨੋ ਟਾਈਮ ਡਿਮੈਂਸ਼ਨ ਬਟ ਫਲੋ ਹੈਜ਼ ਟਾਈਮ ਡਿਮੈਂਸ਼ਨ। ਟਾਈਮ ਡਿਮੈਂਸ਼ਨ ਮਤਲਬ ਲੈਂਥ ਆਫ ਟਾਈਮ ਇਹਦੇ ਵਿੱਚ ਹੁੰਦੀ ਹੈ, ਜਿਵੇਂ ਕਿ ਪਰ ਆਰ, ਪਰ ਡੇ, ਪਰ ਮੰਥ ਐਂਡ ਪਰ ਈਅਰ, ਠੀਕ ਹੈ। ਆਪਾਂ ਕਿਸੇ ਵੀ ਚੀਜ਼ ਨੂੰ ਕਿਵੇਂ ਮਾਪਦੇ ਹਾਂ ਵੀ ਆਹ ਘੰਟੇ ਜ਼ਿਆਦਾ ਸੀ, ਆਹ ਘੰਟੇ ਵੱਧ ਸੀ, ਇੰਨੇ ਡੇਜ਼ ਸੀਗੇ, ਇੰਨੇ ਮੰਥ ਸੀ, ਜਾਂ ਇੱਕ ਸਾਲ ਸੀ, ਠੀਕ ਹੈ। ਕੋਈ ਇੱਕ ਪੁਆਇੰਟ ਆਫ ਟਾਈਮ ਨਹੀਂ ਹੁੰਦਾ, ਇਹ ਇੱਕ ਪੀਰੀਅਡ ਆਫ ਟਾਈਮ ਹੁੰਦਾ, ਜਿਵੇਂ ਕਿ ਪੀਰੀਅਡ ਮਤਲਬ ਇੱਕ ਸਾਲ ਹੋ ਗਿਆ, ਇੱਕ ਦਿਨ ਹੋ ਗਿਆ, ਇੱਕ ਮੰਥ ਹੋ ਗਿਆ, ਕਲੀਅਰ। ਇਸ ਤੋਂ ਅੱਗੇ ਜਦੋਂ ਆਪਾਂ ਇਹਦੀ ਡੈਫੀਨੇਸ਼ਨਸ ਕਰ ਲਈਆਂ, ਉਸ ਤੋਂ ਅੱਗੇ ਆਪਣਾ ਜਿਹੜਾ ਸਟਾਕ ਤੇ ਫਲੋ ਦਾ ਡਿਫਰੈਂਸ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਹੋ ਜਾਂਦਾ, ਠੀਕ ਹੈ। ਸੋ ਆਪਾਂ ਉਦਾਂ ਹੀ ਜੋ ਡਿਫਰੈਂਸ ਕਰਦੇ ਹਾਂ, ਇੱਕ ਸਾਈਡ ਤੇ ਕੀ ਲਿਆ ਹੋਇਆ, ਸਟਾਕ, ਦੂਜੀ ਸਾਈਡ ਤੇ ਕੀ ਲਿਆ ਹੋਇਆ, ਫਲੋ। ਸੋ ਮੀਨਿੰਗ ਕੀ ਆ, ਆਪਾਂ ਪਹਿਲਾਂ ਹੀ ਪੜ੍ਹਿਆ, ਇਟ ਰਿਲੇਟਸ ਟੂ ਅ ਪੁਆਇੰਟ ਆਫ ਟਾਈਮ। ਸਟਾਕ ਕੀ ਆ, ਇਹ ਕਿਹਦੇ ਨਾਲ ਰਿਲੇਟ ਕਰਦਾ, ਪੁਆਇੰਟ ਆਫ ਟਾਈਮ ਨਾਲ ਰਿਲੇਟ ਕਰਦਾ, ਸਮੇਂ ਦੇ ਬਿੰਦੂ ਨਾਲ ਸੰਬੰਧਿਤ ਹੁੰਦਾ ਹੈ, ਠੀਕ ਹੈ। ਫਲੋ ਕੀ ਆ, ਇਟ ਰਿਲੇਟਸ ਟੂ ਅ ਪੀਰੀਅਡ ਆਫ ਟਾਈਮ, ਠੀਕ ਹੈ। ਇਹ ਸਮੇਂ ਦੀ ਮਿਆਦ ਦੇ ਨਾਲ ਸੰਬੰਧਿਤ ਹੁੰਦਾ, ਜਿਵੇਂ ਪਰ ਡੇ, ਪਰ ਆਰ, ਠੀਕ ਹੈ। ਇਹਦੇ ਵਿੱਚ ਕੀ ਆ, ਐਗਜ਼ਾਮਪਲ ਆਪਾਂ ਲਈ ਸੀ ਕਿ ਕੋਈ ਵੀ ਵਿਅਕਤੀ ਆ, ਉਹਦੇ ਅਕਾਊਂਟ ਦੇ ਵਿੱਚ ਜੇ ਆਪਾਂ ਕਹਤਾ ਵੀ 1 ਫਰਵਰੀ 2021 ਦੇ ਵਿੱਚ 15,000 ਰੁਪਇਆ ਸੀ, ਠੀਕ ਹੈ, ਤਾਂ ਉਹ ਕੀ ਹੈ, ਇੱਕ ਪੁਆਇੰਟ ਆਫ ਟਾਈਮ, ਦਿਸ ਇਜ਼ ਪੀਰੀਅਡ ਆਫ ਟਾਈਮ, ਕਲੀਅਰ। ਆਈ ਇਹਦਾ ਮੇਨ ਡਿਫਰੈਂਸ ਆ, ਪੀਰੀਅਡ ਮਤਲਬ ਪਰ ਡੇ, ਪਰ ਆਰ, ਕਲੀਅਰ। ਇਸ ਤੋਂ ਅੱਗੇ ਦੇਖੋ ਟਾਈਮ ਡਿਮੈਂਸ਼ਨ, ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਸਟਾਕ ਹੈਜ਼ ਨੋ ਟਾਈਮ ਡਿਮੈਂਸ਼ਨ, ਮਤਲਬ ਇਹਦੇ ਵਿੱਚ ਲੈਂਥ ਆਫ ਟਾਈਮ ਨੂੰ ਨਹੀਂ ਮਾਪਿਆ ਜਾਂਦਾ, ਇਹਦੇ ਵਿੱਚ ਸਿਰਫ ਪੁਆਇੰਟ ਨੂੰ ਮਾਪਿਆ ਜਾਂਦਾ, ਜਿਵੇਂ ਕਿ 1 ਜਨਵਰੀ ਵਗੈਰਾ, ਠੀਕ ਹੈ। ਇਸ ਵਿੱਚ ਕੀ ਆ, ਇਟ ਹੈਜ਼ ਟਾਈਮ ਡਿਮੈਂਸ਼ਨ, ਇਹਦੇ ਵਿੱਚ ਟਾਈਮ ਡਿਮੈਂਸ਼ਨ ਹੁੰਦੀ ਹੈ, ਠੀਕ ਹੈ, ਜਿਵੇਂ ਪਰ ਆਰ, ਪਰ ਡੇ ਐਂਡ ਪਰ ਮੰਥ, ਕਲੀਅਰ। ਇਸ ਤੋਂ ਅੱਗੇ ਦੇਖੋ ਇਫੈਕਟ ਕੀ ਪੈਂਦਾ, ਕਹਿੰਦੇ ਸਟਾਕ ਇਨਫਲੂਐਂਸ ਦਾ ਫਲੋ ਐਂਡ ਫਲੋ ਇਨਫਲੂਐਂਸ ਦਾ ਸਟਾਕ। ਬਹੁਤ ਇੰਪੋਰਟੈਂਟ ਜੋ ਆਪਾਂ ਪੁਆਇੰਟ ਕਹਿ ਸਕਦੇ ਹਾਂ ਕੀ ਆ, ਕਿ ਸਟਾਕ ਕੀ ਆ, ਵਹਾਅ ਨੂੰ ਪ੍ਰਭਾਵਿਤ ਕਰਦਾ, ਤੇ ਜਿਹੜਾ ਵਹਾਅ ਉਹ ਸਟਾਕ ਨੂੰ ਕੀ ਆ, ਪ੍ਰਭਾਵਿਤ ਕਰਦਾ, ਕਿਵੇਂ। ਫੋਰ ਐਗਜ਼ਾਮਪਲ ਦੇਖੋ, ਕਹਿੰਦੇ ਇਹਦੇ ਵਿੱਚ ਕੀ ਆ, ਪਹਿਲਾਂ ਆਪਾਂ ਸਟਾਕ ਲਵਾਂਗੇ, ਦੇਖੋ ਲਾਰਜਰ ਦਾ ਸਟਾਕ ਆਫ ਕੈਪੀਟਲ ਮੋਰ ਵਿਲ ਬੀ ਦਾ ਫਲੋ ਆਫ ਗੁਡਸ ਐਂਡ ਸਰਵਿਸ, ਕਲੀਅਰ। ਕਹਿੰਦੇ ਸਟਾਕ ਕੀ ਆ, ਸਟਾਕ ਕੀ ਆ, ਕੈਪੀਟਲ ਇੱਕ ਤਰ੍ਹਾਂ ਦਾ ਸਟਾਕ ਮੰਨਿਆ ਜਾਂਦਾ, ਕਿਉਂਕਿ ਇਹ ਕੀ ਆ, ਪੂੰਜੀ ਹੁੰਦੀ ਹੈ ਜੋ ਕੀ ਆ, ਸਥਿਰ ਹੁੰਦੀ ਹੈ, ਠੀਕ ਹੈ। ਕਹਿੰਦੇ ਜੇਕਰ ਜਿਹੜਾ ਸਟਾਕ ਆ ਉਹ ਕਿਹਨੂੰ ਪ੍ਰਭਾਵਿਤ ਕਰਦਾ, ਫਲੋ ਨੂੰ, ਠੀਕ ਹੈ। ਕਹਿੰਦੇ ਜੇ ਆਪਣੀ ਪੂੰਜੀ ਦਾ ਕੀ ਆ, ਸਟਾਕ ਆ ਉਹ ਜ਼ਿਆਦਾ, ਤਾਂ ਆਪਣੀ ਜਿਹੜੀ ਕੀ ਆ, ਗੁਡਸ ਤੇ ਸਰਵਿਸ ਦਾ ਫਲੋ ਵੀ ਜ਼ਿਆਦਾ ਹੋਊਗਾ। ਕੈਪੀਟਲ ਮਤਲਬ ਪੈਸਾ ਆਪਣੇ ਕੋਲ ਜ਼ਿਆਦਾ, ਤੇ ਜ਼ਿਆਦਾ ਇਕੋਨਮੀ ਦੇ ਵਿੱਚ ਫਲੋ ਕਾਹਦਾ ਹੋਊਗਾ, ਗੁਡਸ ਤੇ ਸਰਵਿਸ ਦਾ, ਵਸਤੂਆਂ ਤੇ ਸੇਵਾਵਾਂ ਜ਼ਿਆਦਾ ਬਣਨੀਆਂ, ਕਲੀਅਰ।
ਇਸ ਤੋਂ ਅੱਗੇ ਦੇਖੋ ਇਹਦੇ ਵਿੱਚ ਕੀ ਆ ਫਲੋ ਇਨਫਲੂਐਂਸ ਦਾ ਸਟਾਕ ਵਹਾਅ ਜਿਹੜਾ ਸਟਾਕ ਨੂੰ ਪ੍ਰਭਾਵਿਤ ਕਰਦਾ ਫੋਰ ਐਗਜ਼ਾਮਪਲ ਕਹਿੰਦੇ ਇਹਦੇ ਵਿੱਚ ਆਪਾਂ ਫਲੋ ਲਵਾਂਗੇ ਫਲੋ ਕੀ ਆ ਮੰਥਲੀ ਇਨਕਰੀਜ਼ ਇਨ ਇਨਕਮ ਕੀ ਆ ਇੱਕ ਫਲੋ ਕਨਸੈਪਟ ਆ ਕਹਿੰਦੇ ਮੰਥ ਦੇ ਵਿੱਚ ਜੇ ਆਪਣੀ ਕੋਈ ਕਿਸੇ ਦੀ ਵੀ ਇਨਕਮ ਆ ਇਨਕਰੀਜ਼ ਹੋਈ ਜਾਊਗੀ ਠੀਕ ਹੈ ਕੋਈ ਵੀ ਪਰਿਵਾਰ ਆ ਉਹਦੀ ਮੰਥਲੀ ਇਨਕਮ ਇਨਕਰੀਜ਼ ਹੋਊਗੀ ਤਾਂ ਉਹਦੇ ਨਾਲ ਕਾਹਦੇ ਤੇ ਇਫੈਕਟ ਪਊਗਾ ਉਹਦੇ ਵੈਲਥ ਦੇ ਧਨ ਇੱਕ ਕੀ ਆ ਧਨ ਨੂੰ ਆਪਾਂ ਕਹਿੰਦੇ ਆ ਵੀ ਇਹ ਇੱਕ ਸਟਾਕ ਕਨਸੈਪਟ ਆ ਠੀਕ ਹੈ ਆਪਾਂ ਨੂੰ ਪਤਾ ਵੀ ਧਨ ਆਪਣਾ ਕਿੱਦਾਂ ਜੁੜੂਗਾ ਜਦੋਂ ਆਪਣੀ ਇਨਕਮ ਕੀ ਆ ਵਧੂਗੀ ਕਲੀਅਰ ਤਾਂ ਕਰਕੇ ਜਿਹੜਾ ਫਲੋ ਆ ਉਹ ਇਨਫਲੂਐਂਸ ਕਰਦਾ ਸਟਾਕ ਨੂੰ ਕਲੀਅਰ ਇਸ ਤੋਂ ਅੱਗੇ ਆਪਾਂ ਪੜ੍ਹਿਆ ਸੀ ਕਿ ਕਿਹੜੇ ਕਿਹੜੇ ਕਨਸੈਪਟ ਆ ਇਟ ਇਜ਼ ਜਿਹੜਾ ਸਟਾਕ ਆ ਉਹ ਕੀ ਆ ਸਟੈਟਿਕ ਕਨਸੈਪਟ ਆ ਐਂਡ ਫਲੋ ਇਟ ਇਜ਼ ਆ ਡਾਇਨਾਮਿਕ ਕਨਸੈਪਟ ਆ ਇਹ ਗਤੀਸ਼ੀਲ ਸੰਕਲਪ ਆ ਠੀਕ ਹੈ ਸਥਿਰ ਆ ਮਤਲਬ ਇਹ ਸਥਿਰ ਰਹਿੰਦਾ ਇਹਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ ਤੇ ਜਿਹੜਾ ਡਾਇਨਾਮਿਕ ਦਾ ਮਤਲਬ ਇਹ ਗਤੀਸ਼ੀਲ ਹੈ ਚੇਂਜੇਬਲ ਤੇ ਇਸ ਤੋਂ ਅੱਗੇ ਆਪਾਂ ਕੀ ਹੈ ਦੀ ਐਗਜ਼ਾਮਪਲਸ ਲਿਖ ਦੇਣੀਆਂ ਐਗਜ਼ਾਮਪਲਸ ਕਿਹੜੀਆਂ ਕਿਹੜੀਆਂ ਜਿਵੇਂ ਬੈਂਕ ਡਿਪੋਜ਼ਿਟ ਆ ਇਹ ਕੀ ਆ ਸਟਾਕ ਦੀ ਐਗਜ਼ਾਮਪਲ ਆ ਕੈਪੀਟਲ ਆ ਇਹ ਵੀ ਸਟਾਕ ਆ ਵੈਲਥ ਆ ਆਪਣਾ ਧਨ ਆ ਉਹ ਵੀ ਕੀ ਆ ਸਟਾਕ ਆ ਠੀਕ ਹੈ ਮਨੀ ਸਪਲਾਈ ਆਪਣੇ ਇਕਨੋਮੀ ਦੇ ਵਿੱਚ ਮੁਦਰਾ ਦੀ ਪੂਰਤੀ ਆ ਠੀਕ ਹੈ ਉਹ ਵੀ ਕੀ ਹੈ ਇੱਕ ਸਟਾਕ ਆ ਇਸ ਤੋਂ ਬਿਨਾਂ ਡਿਸਟੈਂਸ ਫਰੋਮ ਜਲੰਧਰ ਟੂ ਦਿੱਲੀ ਠੀਕ ਹੈ ਜਦੋਂ ਜਲੰਧਰ ਤੋਂ ਦਿੱਲੀ ਆਪਾਂ ਨੂੰ ਕਿਹਾ ਵੀ ਇੰਨੇ ਕਿਲੋਮੀਟਰ ਦੂਰ ਆ ਆਪਣੇ ਕੋਲ ਉਹ ਕੀ ਹੈ ਇੱਕ ਸੜਕ ਦਾ ਮਾਪ ਲਿਆ ਗਿਆ ਵੀ ਇੰਨੇ ਕਿਲੋਮੀਟਰ ਦੂਰ ਆ ਮਤਲਬ ਉਹ ਇੱਕ ਸਟਾਕ ਆ ਉਹ ਤਾਂ ਖੜਾ ਹੋਇਆ ਠੀਕ ਹੈ ਸੋ ਆਪਾਂ ਕੀ ਕਵਾਂਗੇ ਇੱਕ ਸਟਾਕ ਦੀ ਐਗਜ਼ਾਮਪਲ ਹੈ ਇਸ ਤੋਂ ਅੱਗੇ ਦੇਖੋ ਵਾਟਰ ਇਨ ਅ ਟੈਂਕ ਠੀਕ ਹੈ ਕਿਸੇ ਵੀ ਟੈਂਕ ਦੇ ਵਿੱਚ ਵਾਟਰ ਆ ਉਹ ਵੀ ਕੀ ਹੈ ਸਟਾਕ ਦੀ ਐਗਜ਼ਾਮਪਲ ਆ ਠੀਕ ਹੈ ਇਸ ਤੋਂ ਅੱਗੇ ਦੇਖੋ ਕੰਜ਼ੰਪਸ਼ਨ ਇਨਕਮ ਇਨਵੈਸਟਮੈਂਟ ਠੀਕ ਹੈ ਵਾਟਰ ਇਨ ਰਿਵਰ ਇਹ ਕੀ ਦੀ ਆ ਫਲੋ ਦੀ ਕੀ ਹੈ ਐਗਜ਼ਾਮਪਲਸ ਆ ਇਸ ਤੋਂ ਬਿਨਾਂ ਆਪਾਂ ਜਦੋਂ ਸਪੀਡ ਮੈਜ਼ਰ ਕਰਦੇ ਆ ਠੀਕ ਹੈ ਸਪੀਡ ਜਲੰਧਰ ਟੂ ਦਿੱਲੀ ਤਾਂ ਸਪੀਡ ਜੋ ਮੈਜ਼ਰ ਹੋਊਗੀ ਉਹ ਕੀ ਹੈ ਚੇਂਜੇਬਲ ਆ ਸੋ ਫਲੋ ਦਾ ਕੰਸੈਪਟ ਹੋਊਗਾ ਇੱਥੇ ਆਪਣਾ ਇਹ ਟੌਪਿਕ ਫਿਨਿਸ਼ ਹੁੰਦਾ ਥੈਂਕ ਯੂ ਸਟੂਡੈਂਟਸ